नमस्कार, आदाब, सत श्री अकाल। हमदर्द टीवी देखने वाले सारे दर्शकों का स्वागत है। प्रोग्राम हमदर्द इमीग्रेशन मैटर्स विच मैं हाँ तरनजीत कौर घुम्मण हाज़र हाँ जी लैके तुहाडा अपना प्रोग्राम जिहदे विच असीं गलबात करांगे कैनेडियन इमीग्रेशन संबंधी। इस वक्त कैनेडा इमीग्रेशन के वल्लों कुछ ऐलान किए गए हैं जिहदे बारे विच तुहानूं जानकारी देवांगे। खास तौर पर जेकर तुसीं कैनेडा विच विजिटर वीज़ा ते पहुंचे हुए हो, कैनेडा का इमीग्रेशन विभाग इस वक्त तुहाडे ते काफ़ी ज़्यादा मेहरबान है। सो की तुहानूं लैके नवीं अनाउंसमेंट्स होईयां ने, इहदे बारे असीं गलबात करांगे। नाल ही नाल कैनेडा के PNP एक्सप्रैस एंट्री दे नाल जिहड़े ड्रॉ होर निकले ने उहदे बारे तुहानूं जानकारी देवांगे, किहड़े-किहड़े ड्रॉ निकले ने। ते जेकर इस वक्त तुसीं कैनेडा विचों विजिटर वीज़ा ते हैगे हो ते तुहाडे कोल ट्रकिंग का लाइसेंस है, ਤੁਹਾਡੇ ਕੋਲ ਓਪਰਚੁਨਿਟੀਜ਼ ਹੋਰ ਜ਼ਿਆਦਾ ਵਧ ਰਹੀਆਂ ਨੇ, ਜੌਬ ਓਪਰਚੁਨਿਟੀਜ਼ ਮਿਲ ਰਹੀਆਂ ਨੇ ਇੱਥੇ ਤੁਹਾਨੂੰ। ਸੋ ਤੁਹਾਡੇ ਲਈ ਜੌਬ ਓਪਰਚੁਨਿਟੀਜ਼ ਅੱਜ ਦੇ ਪ੍ਰੋਗਰਾਮ ਵਿੱਚ ਲੈ ਕੇ ਆਏ ਹਾਂ। ਪ੍ਰੋਗਰਾਮ ਧਿਆਨ ਨਾਲ ਦੇਖਿਓ। कैनेडियन इमीग्रेशन संबंधी ਤੁਹਾਡਾ ਕੋਈ ਵੀ ਸਵਾਲ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦੇ ਉੱਤੇ ਗੱਲਬਾਤ ਕਰਨੀ ਮੇਰੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਭੈਣਾਂ ਭਰਾਵਾਂ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ NRD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਤਰਨ ਜੀ, ਕੀ ਹਾਲ ਚਾਲ ਸਰ? ਆਲ ਗੁੱਡ ਤਰਨ, ਥੈਂਕ ਯੂ ਜੀ। ਅਕਸਰ ਆਪਾਂ ਜਦੋਂ ਵਿਜ਼ਟਰ ਵੀਜ਼ਾ ਦੀ ਗੱਲ ਕਰਦੇ ਸੀ, ਤੁਸੀਂ ਕਹਿੰਦੇ ਸੀ ਜਿਹੜੇ ਇਹ ਪਾਲਿਸੀ ਹੈ ਪਬਲਿਕ ਪਾਲਿਸੀ, ਚਾਂਸਸ ਆਰ ਕਿ ਇਸ ਨੂੰ ਐਕਸਟੈਂਡ ਕੀਤਾ ਜਾ ਸਕਦਾ। ਐਂਡ ਖਬਰ ਆਈ ਹੈ, ਸਭ ਤੋਂ ਵੱਡੀ ਲੇਟੈਸਟ ਨਿਊਜ਼ ਆਪਾਂ ਉਹੀ ਸਾਂਝੀ ਕਰ ਲੈਂਦੇ ਹਾਂ ਕਿ ਵਿਜ਼ਟਰ ਵੀਜ਼ਾ ਵਾਲਿਆਂ ਦੇ ਲਈ ਪਬਲਿਕ ਪਾਲਿਸੀ ਨੂੰ ਲੈ ਕੇ ਨਵੀਂ ਅਨਾਉਂਸਮੈਂਟ ਹੋਈ ਹੈ। ਬਿਲਕੁਲ ਤਰਨ ਜੀ, ਹੋ ਕੀ ਰਿਹਾ ਸੀਗਾ ਕਿ ਕੈਨੇਡਾ ਦੇ ਵਿੱਚ ਇਸ ਟਾਈਮ ਤੇ ਜੌਬ ਵੈਕੈਂਸੀਜ਼ ਬਹੁਤ ਜ਼ਿਆਦਾ ਐਗਜ਼ਿਸਟ ਕਰਦੀਆਂ ਪਈਆਂ। ਅਸੀਂ ਲਾਸਟ ਈਅਰ ਤੱਕ ਗੱਲ ਕਰਦੇ ਰਹੇ ਹਾਂ ਕਿ 1 ਮਿਲੀਅਨ ਤੋਂ ਉੱਪਰ ਵੈਕੈਂਸੀਜ਼ ਹੋ ਗਈਆਂ। ਹੁਣ ਵੀ ਇੰਨੇ ਐਫਰਟਸ ਕਰਨ ਤੋਂ ਬਾਅਦ ਸਟੂਡੈਂਟ ਨੂੰ ਫੁੱਲ ਟਾਈਮ ਜੌਬਸ ਦੇਣ ਤੋਂ ਬਾਅਦ 40 ਘੰਟੇ ਸਟੂਡੈਂਟਸ ਕੰਮ ਕਰ ਸਕਦੇ ਨੇ, ਉਹਨਾਂ ਦੇ ਸਪਾਊਸਿਸ ਨੂੰ ਗ੍ਰਾਂਟ ਕਰ ਰਹੇ ਨੇ। ਉਹਦੇ ਬਾਵਜੂਦ ਇਸ ਟਾਈਮ ਤੇ 8.5 ਲੱਖ ਵੈਕੈਂਸੀਜ਼ ਐਗਜ਼ਿਸਟ ਕਰ ਰਹੀਆਂ। ਉਹਦੇ ਵਿੱਚ 5 ਮੇਜਰ ਸੈਕਟਰਸ ਹੈਗੇ ਨੇ ਤਰਨ ਜੀ ਜਿਹਦੇ ਵਿੱਚ ਜੌਬਸ ਐਗਜ਼ਿਸਟ ਕਰਦੀਆਂ ਪਈਆਂ। ਸਭ ਤੋਂ ਪਹਿਲਾਂ ਤਾਂ ਕੰਸਟਰਕਸ਼ਨ ਦੇ ਵਿੱਚ ਲੱਖ ਤੋਂ ਉੱਪਰ ਜੌਬਸ ਦੀ ਵੈਕੈਂਸੀਜ਼ ਹੈਗੀਆਂ। ਉਸ ਤੋਂ ਬਾਅਦ ਹੈਲਥ ਕੇਅਰ ਦੇ ਵਿੱਚ 1.5 ਲੱਖ ਦੇ ਆਸ-ਪਾਸ ਵੈਕੈਂਸੀਜ਼ ਐਗਜ਼ਿਸਟ ਕਰ ਰਹੀਆਂ। ਇਸੇ ਤਰ੍ਹਾਂ ਰੈਸਟੋਰੈਂਟ ਹੋਟਲ ਇੰਡਸਟਰੀ ਦੇ ਵਿੱਚ ਬੇਸਿਕ ਜੌਬ ਕਰਨ ਵਾਲਿਆਂ ਦੀ ਘਾਟ ਬਹੁਤ ਵਧੀਆ ਹੈਗੀ ਹੈ। ਇਸ ਟਾਈਮ ਤੇ 1,10,000 ਦੇ ਆਸ-ਪਾਸ ਇਸ ਸੈਕਟਰ ਦੇ ਵਿੱਚ ਵੈਕੈਂਸੀਜ਼ ਹੈ। ਫੂਡ ਪ੍ਰੋਸੈਸਿੰਗ ਸੈਕਟਰ ਦੇ ਵਿੱਚ 1 ਲੱਖ ਤੋਂ ਉੱਪਰ ਵੈਕੈਂਸੀਜ਼ ਹੈਗੀਆਂ। ਸੋ ਆ ਸਾਰੇ ਸੈਕਟਰਸ, ਮੈਨੂਫੈਕਚਰਿੰਗ ਦੇ ਵਿੱਚ 1 ਲੱਖ ਤੋਂ ਉੱਪਰ ਵੈਕੈਂਸੀਜ਼, ਉਹ ਇਕੱਲੇ 50 ਸੈਕਟਰਸ ਦੇ ਵਿੱਚ ਹੀ ਤਕਰੀਬਨ 7 ਲੱਖ ਦੇ ਆਸ-ਪਾਸ ਵੈਕੈਂਸੀਜ਼ ਤੇ ਇੰਨੇ ਸੈਕਟਰਸ ਦੇ ਵਿੱਚ ਹੈਗੀਆਂ। ਸੋ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਜਿਹੜਾ ਅਨਐਮਪਲੋਇਮੈਂਟ ਰੇਟ ਹੈਗਾ ਉਹ ਲੀਸਟ ਤੇ ਬੈਠੇ ਹੋਏ ਹਾਂ ਅਸੀਂ, ਉਹਦੇ ਬਾਵਜੂਦ ਇੰਨੀ ਵੈਕੈਂਸੀਜ਼ ਐਗਜ਼ਿਸਟ ਕਰ ਰਹੀਆਂ। ਸੋ ਇਹਨੂੰ ਆਫਸੈਟ ਕਰਨ ਵਾਸਤੇ ਸਾਨੂੰ ਫੋਰਨ ਵਰਕਰਸ ਇਮੀਡੀਏਟਲੀ ਚਾਹੀਦੇ ਸੀਗੇ। ਸੋ ਆ ਜਿਹੜੀ ਪਬਲਿਕ ਪਾਲਿਸੀ ਐਕਸਪਾਇਰ ਹੋਣ ਜਾ ਰਹੀ ਸੀਗੀ, ਵਿਜ਼ਟਰ ਟੂ ਵਰਕ ਪਰਮਿਟ ਲੈ ਸਕਦੇ ਹੋ ਤੁਸੀਂ ਆ ਕੇ ਵਿਦ ਇਨ ਕੈਨੇਡਾ, ਉਹ 28 ਫਰਵਰੀ ਨੂੰ ਖਤਮ ਹੋ ਰਹੀ ਸੀਗੀ, ਰਾਈਟ। ਸੋ ਉਹ 2 ਸਾਲਾਂ ਵਾਸਤੇ ਹੋਰ ਐਕਸਟੈਂਡ ਕਰ ਦਿੱਤੀ ਗਈ ਹੈ। ਸੋ ਹੁਣ 2025 28 ਫਰਵਰੀ ਤੱਕ ਇਹ ਪਾਲਿਸੀ ਐਗਜ਼ਿਸਟ ਕਰੇਗੀ। ਸੋ ਉਦੋਂ ਤੱਕ ਉਮੀਦ ਹੈਗੀ ਹੈ ਕਿ ਜਿਹੜੀ ਅਨਐਮਪਲੋਇਮੈਂਟ ਰੇਟ ਹੈਗੀ ਜਾਂ ਜਿਹੜੀ ਵੈਕੈਂਸੀਜ਼ ਹੈਗੀਆਂ ਅਸੀਂ ਉਹਨੂੰ ਕੰਟਰੋਲ ਕਰ ਸਕਾਂਗੇ। ਸਾਡੇ ਕੋਲ ਇਨਫ ਲੇਬਰ ਹੋਏਗੀ, ਇਨਫ ਮੈਨ ਪਾਵਰ ਹੋਏਗੀ ਉਹ ਲੇਬਰ ਵੈਕੈਂਸੀਜ਼ ਨੂੰ ਫੁੱਲਫਿਲ ਕਰਨ ਵਾਸਤੇ। ਸੋ ਉਹ ਬੇਸਿਕ ਰੀਜ਼ਨ ਹੈਗਾ ਕਿ ਤਰਨ ਜੀ ਅਸੀਂ ਆ ਜਿਹੜੀ ਪਬਲਿਕ ਪਾਲਿਸੀ ਐਕਸਟੈਂਡ ਕੀਤੀ ਗਈ ਹੈ ਤਾਂ ਕਿ ਅਸੀਂ ਜਿਹੜੇ ਬਿਜ਼ਨਸਮੈਨ ਕੈਨੇਡਾ ਦੇ ਵਿੱਚ ਹੈਗੇ ਨੇ, ਜਿਹੜੇ ਇਸ ਟਾਈਮ ਤੇ ਬੇਸਿਕ ਮੈਨ ਪਾਵਰ ਤੋਂ ਸਟਰਗਲ ਕਰ ਰਹੇ ਨੇ, ਅਸੀਂ ਉਹਨਾਂ ਨੂੰ ਮੈਨ ਪਾਵਰ ਪ੍ਰੋਵਾਈਡ ਕਰ ਸਕੀਏ। ਜਦੋਂ ਮੈਨ ਪਾਵਰ ਦੀ ਗੱਲ ਕਰਦੇ ਹੋ, ਜਿਹੜੀ ਇਹ ਪਾਲਿਸੀ ਐਕਸਟੈਂਡ ਕੀਤੀ ਗਈ ਹੈ, ਕੋਈ ਸਪੈਸ਼ਲ ਹੈ ਕਿ ਇਸ ਕੈਟਾਗਰੀ ਦੇ, ਜਿਵੇਂ ਤੁਸੀਂ ਜੋ ਕੁਝ ਕੈਟਾਗਰੀਜ਼ ਗਿਣਵਾਈਆਂ ਨੇ ਕਿ ਜਿਨ੍ਹਾਂ ਨੂੰ ਪਿੱਛੋਂ ਉਸ ਚੀਜ਼ ਦਾ ਐਕਸਪੀਰੀਅੰਸ ਹੈਗਾ ਜਾਂ ਉਹਦੇ ਨਾਲ ਰੈਲੇਵੈਂਟ ਸਟੱਡੀ ਹੈਗੀ ਆ, ਸਿਰਫ ਉਹਨਾਂ ਲਈ ਕੀਤਾ ਗਿਆ ਜਾਂ ਇਹ ਓਵਰਆਲ ਹਰ ਕਿਸੇ ਲਈ ਕੀਤਾ ਗਿਆ ਵੀ ਜਿਹੜੇ ਵੀ ਵਿਜ਼ਟਰ ਇੱਥੇ ਆ ਗਏ ਨੇ ਉਹ ਹੁਣ ਵਰਕ ਪਰਮਿਟ ਲੈ ਸਕਦੇ ਨੇ 2026 ਤੱਕ, ਮੇਰੇ ਖਿਆਲ 'ਚ 2025 ਤੱਕ ਇਹ ਪਾਲਿਸੀ ਐਗਜ਼ਿਸਟ ਹੋ ਸਕਦਾ ਦੁਬਾਰਾ ਐਕਸਟੈਂਡ ਹੋ ਜਾਵੇ, ਕਿਉਂਕਿ ਇਹ ਅਗਸਤ 2020 ਦੇ ਵਿੱਚ ਇਨੀਸ਼ੀਏਟ ਹੋਈ ਸੀ ਤਰਨ ਜੀ। ਉਸ ਤੋਂ ਬਾਅਦ 2 ਵਾਰੀ ਐਕਸਟੈਂਡ ਤਾਂ ਹੋ ਚੁੱਕੀ ਹੈਗੀ। ਸੋ ਆ 3rd ਐਕਸਟੈਂਸ਼ਨ ਹੈਗੀ ਇਸ ਪਾਲਿਸੀ ਦੀ। ਸੋ ਹਲੇ ਵੀ ਜਿਹੜੀਆਂ ਸ਼ਾਰਟੇजेस ਹੈਗੀਆਂ ਉਹ ਫੋਰਸ ਕਰਨਗੀਆਂ ਗਵਰਨਮੈਂਟ ਨੂੰ ਹੋਰ ਡਿਸੀਜਨਸ ਕੰਸਟਰਕਟਿਵ ਲੈਣ ਵਾਸਤੇ। ਬਟ ਤਰਨ ਜੀ ਇਹਦੇ ਵਿੱਚ ਇੱਕੋ ਹੀ ਚੀਜ਼ ਹੈਗੀ ਕਿ ਜਿਹੜਾ ਵੀ ਵਿਜ਼ਟਰ ਕੈਨੇਡਾ ਦੇ ਵਿੱਚ ਆਇਆ ਉਹਨਾਂ ਨੂੰ 2-3 ਚੀਜ਼ਾਂ ਜ਼ਰੂਰ ਦੇਖਣੀਆਂ ਹੈਗੀਆਂ। ਵਰਕ ਪਰਮਿਟ, ਜੇ ਉਹਨਾਂ ਨੂੰ LMIA ਮਿਲ ਗਿਆ 99% ਚਾਂਸਸ ਹੈਗੇ ਨੇ ਵਰਕ ਪਰਮਿਟ ਗ੍ਰਾਂਟ ਹੋ ਜਾਏਗਾ। ਬਟ ਜਦੋਂ ਵਿਜ਼ਟਰ ਆਏ ਆ ਜਿੰਨੀ ਜਲਦੀ ਹੋ ਸਕਦਾ ਹੈਗਾ ਕਿ EMPLOYER ਲੈ ਕੇ LMIA ਲੈ ਲਓ, ਬਿਕੋਜ਼ ਜਿੰਨਾ ਜ਼ਿਆਦਾ ਤੁਸੀਂ ਡਿਲੇ ਕਰੋਗੇ, ਜੇ ਫਲੈਗ ਪੋਲਿੰਗ ਤੇ ਵੀ ਜਾਂਦੇ ਹੈਗੇ ਹੋ, ਆਫਿਸਰਸ ਤੁਹਾਨੂੰ ਉਹਨੇ ਐਕਸਟਰਾ ਕੁਐਸਚਨਸ ਪੁੱਛਣਗੇ। ਸੋ ਉਹਦੇ ਉੱਤੇ ਯੂ ਸ਼ੁੱਡ ਬੀ ਮੈਂਟਲੀ ਪ੍ਰੀਪੇਅਰਡ ਕਿ ਤੁਸੀਂ ਇੰਨਾ ਚਿਰ ਵੇਟ ਕਿਉਂ ਕੀਤੀ। ਕਈ ਵਾਰੀ ਮੈਂ ਕਾਫੀ ਸਾਰੇ ਕਲਾਇੰਟਸ ਦੇਖਦਾ ਜਿਹੜੇ 6 ਮਹੀਨੇ ਆਏ, ਐਕਸਟੈਂਸ਼ਨ ਫਿਰ ਲੈ ਲਈ 6 ਮਹੀਨੇ ਦੀ, ਫਿਰ ਐਕਸਟੈਂਸ਼ਨ ਲੈ ਲਈ ਸਾਲ 1.5 ਸਾਲ ਬਾਅਦ ਉਹਨਾਂ ਨੂੰ ਸੁਰਤ ਆਈ ਕਿ ਮੈਂ ਹੁਣ ਵਰਕ ਪਰਮਿਟ ਲੈ ਲਵਾਂ। ਸੋ ਜਦੋਂ ਵੀ ਤੁਸੀਂ ਸਾਲ 1.5 ਸਾਲ ਬਾਅਦ ਜਾਂ 6 ਮਹੀਨੇ ਬਾਅਦ ਜਾਂ 4 ਮਹੀਨਿਆਂ ਬਾਅਦ ਜਾਓਗੇ ਵਰਕ ਪਰਮਿਟ ਲੈਣ ਵਾਸਤੇ, ਆਫਿਸਰ ਤੁਹਾਨੂੰ ਕੁਐਸਚਨ ਜ਼ਰੂਰ ਕਰੇਗਾ ਕਿ ਤੁਹਾਡੀ ਇੰਟੈਂਸ਼ਨ ਕਿਸ ਤਰ੍ਹਾਂ ਬਣੀ, ਤੁਹਾਨੂੰ ਜੌਬ ਆਫਰ ਕਿਸ ਤਰ੍ਹਾਂ ਮਿਲੀ। ਸੋ ਤੁਸੀਂ ਯੂ ਸ਼ੁੱਡ ਬੀ ਮੈਂਟਲੀ ਪ੍ਰੀਪੇਅਰਡ
ਟੂ ਆਨਸਰ ਆਲ ਸੱਚ All the ਕੁਐਸਚਨਸ। questions। ਦੂਸਰੀ ਗੱਲ ਤਰਨ ਜੀ ਕਿ ਆ ਜਿਹੜੀਆਂ ਪਬਲਿਕ ਪਾਲਿਸੀਜ਼ ਹੈਗੀਆਂ ਇਹਦਾ ਐਡਵਾਂਟੇਜ ਤੁਸੀਂ ਜਦੋਂ ਵੀ ਤੁਹਾਨੂੰ ਜੌਬ ਆਫਰ ਮਿਲ ਰਹੀ ਹੈ, ਕੋਈ ਕੰਸਲਟੈਂਟ ਲੈ ਕੇ ਦੇ ਰਹੇ ਨੇ, ਕੋਈ EMPLOYER ਕੋਈ ਲਾਇਰ ਦੇ ਰਿਹਾ, ਕੋਈ EMPLOYER ਤੁਹਾਨੂੰ ਦੇ ਰਿਹਾ ਹੈਗਾ, ਉਸ EMPLOYER ਨੂੰ, ਉਸ ਲਾਇਰ ਨੂੰ, ਉਸ ਕੰਸਲਟੈਂਟ ਨੂੰ ਇੱਕ ਕੁਐਸਚਨ ਜ਼ਰੂਰ ਪੁੱਛਣਾ, ਇਜ਼ ਇਟ ਕਿ ਮੇਰੀ PR ਪੋਸੀਬਲ ਹੈਗੀ ਹੈ ਜਾਂ ਨਹੀਂ ਹੈਗੀ, ਤੁਹਾਡੀ ਏਜ, ਤੁਹਾਡੀ ਐਜੂਕੇਸ਼ਨ, ਤੁਹਾਡੀ ਲੈਂਗੁਏਜ ਕੈਪੇਬਿਲਿਟੀ, ਆਈਲੈਟਸ ਦਾ ਕਿੰਨਾ ਸਕੋਰ ਕਰ ਸਕਦੇ ਹੈਗੇ ਹੋ। ਆ ਤਿੰਨ ਚੀਜ਼ਾਂ ਮੇਜਰ ਤੇ ਅਹਿਮ ਰੋਲ ਪਲੇ ਕਰਨ ਵਾਲੇ ਹੈਗੇ ਨੇ। ਸੋ ਜੇ ਐਜੂਕੇਸ਼ਨ ਗ੍ਰੇਡ 12 ਕੀਤੀਆਂ ਹੋਈਆਂ ਜਾਂ ਬੈਚਲਰਸ ਕੰਪਲੀਟ ਨਹੀਂ ਕੀਤੀ ਹੋਈ, ਜਾਂ ਈਵਨ ਜੇ ਬੈਚਲਰਸ ਕੰਪਲੀਟ ਕੀਤੀ ਹੋਈ ਹੈ, ਤੁਹਾਡੀ ਏਜ 40 ਤੋਂ ਜ਼ਿਆਦਾ ਆ, 5 ਬੈਂਡ ਤੋਂ ਜ਼ਿਆਦਾ ਤੁਸੀਂ ਬੈਂਡ ਨਹੀਂ ਲੈ ਸਕਦੇ, ਤੇ ਤੁਹਾਡੀ ਓਨਟਾਰੀਓ ਦੇ ਵਿੱਚ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਐਲਬਰਟਾ ਦੇ ਵਿੱਚ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਇਜ਼ ਗੋਇੰਗ ਟੂ ਬੀ ਅ ਬਿਗ ਚੈਲੰਜ। ਉਹ ਨਹੀਂ ਹੋਣੀ ਬਹੁਤ ਮੁਸ਼ਕਲ ਹੈਗੀ ਹੈ। ਈਵਨ ਜੇ EMPLOYER ਸਪੋਰਟ ਕਰੇਗਾ ਤਾਂ ਵੀ ਹੋ ਸਕਦਾ, ਬਿਕੋਜ਼ ਇੱਥੇ ਤੇ ਆਕੂਪੇਸ਼ਨ ਸਪੈਸਿਫਿਕ ਡਰਾਜ਼ ਹੋ ਰਹੇ ਨੇ, ਉਹ ਆਕੂਪੇਸ਼ਨਸ ਪਰਟੀਕੂਲਰ ਪਿਕ ਹੋਣਗੇ ਤਾਂ ਤੁਹਾਡੀ। ਸੋ ਆਪਣੇ ਕੰਸਲਟੈਂਟ ਨੂੰ, ਆਪਣੇ ਲਾਇਰ ਨੂੰ ਇੱਕ ਵਾਰੀ ਜ਼ਰੂਰ ਪੁੱਛਣਾ, ਜਿਹੜਾ ਤੁਹਾਨੂੰ LMIA ਕਰਵਾ ਕੇ ਦੇ ਰਹੇ ਨੇ ਜਾਂ ਜਿਹੜਾ EMPLOYER ਤੁਹਾਨੂੰ ਜੌਬ ਆਫਰ ਦੇ ਰਿਹਾ ਹੈ, ਪਿਛਲੇ 1 ਸਾਲ 1.5 ਸਾਲ ਦੇ ਵਿੱਚ ਇਸ ਕੈਟੇਗਰੀ ਦੇ ਵਿੱਚ ਕਿੰਨੇ ਲੋਕਾਂ ਦੇ ਡਰਾਜ਼ ਨਿਕਲੇ ਨੇ, ਨਿਕਲੇ ਵੀ ਹੈਗੇ ਨੇ ਜਾਂ ਨਹੀਂ ਨਿਕਲੇ। ਤੋ ਆ ਚੀਜ਼ਾਂ ਤੁਹਾਨੂੰ ਕਲੈਰੀਫਾਈ ਕਰ ਜਾਣਗੀਆਂ ਕਿ ਮੈਂ ਇਹ ਵਰਕ ਪਰਮਿਟ ਮੇਰੇ ਵਾਸਤੇ ਕੱਲਾ ਮੈਂ ਟਾਈਮ ਬਾਏ ਕਰਨਾ ਚਾਹੁੰਦਾ ਕੈਨੇਡਾ ਰਹਿਣ ਵਾਸਤੇ, ਉਹਦੇ ਤੁਸੀਂ ਵਿਜ਼ਟਰ ਦੇ ਤੌਰ ਤੇ ਵੀ ਰਹਿ ਸਕਦੇ ਹੈਗੇ ਹੋ। ਜੇ ਪਰਮਾਨੈਂਟ ਰੈਜ਼ੀਡੈਂਸੀਜ਼ ਦੇਖ ਰਹੇ ਹੋ ਆਪਣੀ ਫੈਮਿਲੀ ਦੇ ਨਾਲ, ਤੇ ਯੂ ਸ਼ੁੱਡ ਬੀ ਲੁਕਿੰਗ ਐਟ ਸੈਸਕੈਚੁਆਨ, ਅਮੇਜ਼ਿੰਗ ਪ੍ਰੋਵਿੰਸ ਐਜ਼ ਆਫ ਟੁਡੇ, ਠੀਕ ਹੈ, ਬਿਕੋਜ਼ ਉੱਥੇ 4 ਬੈਂਡਸ ਦੇ ਨਾਲ ਵੀ ਤੁਹਾਡੀ PR ਪੋਸੀਬਲ ਹੈਗੀ ਹੈ। ਅਸੀਂ ਨੋਵਾ ਸਕੋਸ਼ੀਆ ਦੀ ਗੱਲ ਕਰਦੇ ਹਾਂ, ਨਿਊ ਬ੍ਰੰਸਵਿਕ ਦੀ ਗੱਲ ਕਰਦੇ ਹਾਂ, ਨਿਊ ਫਾਊਂਡਲੈਂਡ ਦੀ ਗੱਲ ਕਰਦੇ ਹਾਂ, ਪ੍ਰਿੰਸ ਐਡਵਰਡ ਦੀ ਗੱਲ ਕਰਦੇ ਹਾਂ, ਤਾਂ ਉੱਥੇ ਵੀ ਪੋਸੀਬਿਲਿਟੀ ਸੇਮ ਹੈਗੀਆਂ। ਸੋ ਉਹ ਤੁਸੀਂ ਜ਼ਰੂਰ ਕੈਲਕੂਲੇਟ ਕਰਨਾ ਆ, ਆਪਣੀ ਲੈਂਗੁਏਜ ਦੇ ਸਕਿੱਲਸ, ਏਜ, ਐਜੂਕੇਸ਼ਨ, ਆ 3 ਮੇਜਰ ਫੈਕਟਰਸ ਹੈਗੇ ਨੇ। ਜੇ EMPLOYER ਸਪੋਰਟ ਕਰੇਗਾ ਤਾਂ ਤੁਹਾਡੀ PR ਪੋਸੀਬਲ ਹੈਗੀ ਹੈ, ਈਵਨ ਗ੍ਰੇਡ 12 ਦੇ ਨਾਲ, 4 ਬੈਂਡਸ ਦੇ ਨਾਲ, ਤੇ 1 ਸਾਲ ਉੱਥੇ ਕੰਮ ਕਰਨ ਤੋਂ ਬਾਅਦ। ਏਜ 55 ਤੋਂ ਥੱਲੇ ਹੋਣੀ ਚਾਹੀਦੀ ਹੈ। ਇਹ ਵੀ ਗੱਲ ਫਿਰ ਜ਼ਰੂਰ ਨਾਲ ਦੀ ਨਾਲ ਉੱਠੇਗੀ ਕਿ ਜਦੋਂ ਹੁਣ ਤੁਸੀਂ ਵਿਜ਼ਟਰ ਵੀਜ਼ਾ ਲਈ ਅਪਲਾਈ ਕਰਨਾ ਹੈ, ਇੰਨੀਆਂ ਕਿ ਜ਼ਿਆਦਾ ਓਪਰਚੁਨਿਟੀਜ਼ ਹੈਗੀਆਂ ਨੇ ਕੈਨੇਡਾ ਦੇ ਲਈ, ਖਾਸ ਤੌਰ ਤੇ ਵਰਕ ਪਰਮਿਟ ਜੇ ਤੁਸੀਂ ਇਸ ਤੋਂ ਬਾਅਦ ਆ ਕੇ ਲੈਣੇ ਹੋ, ਤਾਂ ਵਿਜ਼ਟਰ ਵੀਜ਼ਾ ਦੀ ਫਾਈਲ ਜਿਹੜੀ ਪੁੱਟ ਅਪ ਕਰਨ ਵੇਲੇ ਵੀ ਤੁਹਾਨੂੰ ਇਹ ਚੀਜ਼ ਸੋਚ ਸਮਝ ਕੇ ਲਾਉਣੀ ਪੈਣੀ ਕਿ ਪਿੱਛੇ ਐਕਸਪੀਰੀਅੰਸ ਤੁਸੀਂ ਕੀ ਸ਼ੋ ਕਰ ਰਹੇ ਹੋ। 100%। ਹੁਣ ਤਰਨ ਜੀ ਯੂ ਆਰ ਐਬਸੋਲੂਟਲੀ ਰਾਈਟ। ਹੁਣ ਕੁਝ ਕੈਟੇਗਰੀਜ਼ ਇਹੋ ਜਿਹੀਆਂ ਐਗਜ਼ਿਸਟ ਕਰਦੀਆਂ, ਜੇ ਤੁਹਾਡੇ ਕੋਲ ਪਿਛਲਾ 1 ਸਾਲ ਦਾ ਐਕਸਪੀਰੀਅੰਸ ਹੈਗਾ ਆ, ਭਾਵੇਂ ਬਾਹਰ ਇੰਡੀਆ ਦੇ ਵਿੱਚ ਕੰਮ ਕੀਤਾ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਕੰਮ ਕੀਤਾ, ਈਵਨ ਤੁਸੀਂ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕੀਤਾ ਹੋਇਆ ਤੇ ਤੁਹਾਨੂੰ ਜੌਬ ਆਫਰ ਮਿਲ ਜਾਂਦੀ ਹੈ, ਤੁਸੀਂ ਰੈਸਟੋਰੈਂਟ ਹੈਲਪ ਦੇ ਵਿੱਚ ਕੰਮ ਕੀਤਾ ਹੋਇਆ, ਤੁਸੀਂ ਹਸਪਿਟੈਲਿਟੀ ਦੇ ਵਿੱਚ, ਰੂਮ ਕਲੀਨਿੰਗ ਦੇ ਵਿੱਚ ਕੰਮ ਕੀਤਾ ਹੋਇਆ, ਕਿਚਨ ਹੈਲਪ ਦੇ ਕੋਲ ਕੰਮ ਕੀਤਾ ਹੋਇਆ, ਨਰਸ ਏਡ ਦਾ ਕੰਮ ਕੀਤਾ ਹੋਇਆ, ਐਜ਼ ਅ ਨਰਸ ਕੰਮ ਕੀਤਾ, ਤਾਂ ਤੁਸੀਂ ਸਟ੍ਰੇਟ PNP ਵਾਸਤੇ ਵੀ ਜਾ ਸਕਦੇ ਹੈਗੇ ਹੋ, ਪ੍ਰੋਵਾਈਡਡ EMPLOYER ਸਪੋਰਟ ਕਰਦਾ। ਬਾਹਰ ਬੈਠੇ ਨੂੰ EMPLOYER ਹੋ ਸਕਦਾ ਉਸ ਤਰ੍ਹਾਂ ਸਪੋਰਟ ਨਾ ਕਰੇ, ਬਿਕੋਜ਼ EMPLOYER ਤੁਹਾਡੀਆਂ ਵਰਕ ਹੈਬਿਟਸ ਨਹੀਂ ਜਾਣਦਾ, ਵਰਕ ਕਲਚਰ ਨਹੀਂ ਜਾਣਦਾ, ਤੁਸੀਂ ਕਿਸ ਤਰ੍ਹਾਂ ਕੰਮ ਕਰੋਗੇ ਉਹ ਨਹੀਂ ਜਾਣਦਾ, ਤੁਹਾਡੀ ਲੈਂਗੁਏਜ ਸਕਿੱਲਸ ਟੈਕਨੀਕਲੀ ਨਹੀਂ ਜਾਣਦਾ। ਜਦੋਂ ਤੁਸੀਂ ਸਾਹਮਣੇ ਆ ਕੇ ਉਹਨਾਂ ਨਾਲ ਵਰਕ ਪਰਮਿਟ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਦੇ ਹੋ, ਉਹਨਾਂ ਨੂੰ ਤੁਹਾਡੀ ਕੈਪੇਬਿਲਿਟੀ ਦਾ ਵੀ ਪਤਾ ਚੱਲ ਜਾਂਦਾ ਹੈ, ਤੁਹਾਡੀ ਲੈਂਗੁਏਜ ਸਕਿੱਲਸ ਦਾ ਵੀ, ਤੁਹਾਡੇ ਤੁਸੀਂ ਕੀ ਉਹਨਾਂ ਵਾਸਤੇ ਕਰ ਰਹੇ ਹੋ ਉਹਦਾ ਵੀ ਪਤਾ ਚੱਲ ਜਾਂਦਾ, ਤੇ ਇੱਕ ਰਿਲੇਸ਼ਨਸ਼ਿਪ ਡਿਵੈਲਪ ਹੋ ਜਾਂਦੇ ਤਰ੍ਹਾਂ ਜੀ EMPLOYER ਦੇ, ਐਂਡ EMPLOYERS ਗੋ ਆਲ ਆਊਟ ਟੂ ਹੈਲਪ ਪੀਪਲ। ਸੋ ਇੱਥੇ ਆ ਕੇ 1 ਸਾਲ ਕੰਮ ਕੀਤਾ, ਅਗਲੇ 1.25 ਸਾਲ 1.5 ਸਾਲ ਦੇ ਵਿੱਚ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਹੋ ਗਈ ਵਿਦ ਫੈਮਿਲੀ, ਵਾਟ ਇਜ਼ ਰੋਂਗ ਵਿਦ ਦੈਟ? ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਇਹਦੇ ਬਾਰੇ ਵਿੱਚ, ਤਾਂ ਥੋੜਾ ਜਿਹਾ ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗੀ, ਜਦੋਂ ਆਪਾਂ ਵਿਜ਼ਟਰ ਦੀ ਗੱਲ ਕਰਦੇ ਹਾਂ, ਵਰਕ ਪਰਮਿਟ ਜਿਹੜਾ ਇੱਥੇ ਪਾਲਿਸੀ ਹੈਗੀ ਆ, ਵਰਕ ਪਰਮਿਟ ਇਹ ਓਪਨ ਵਰਕ ਪਰਮਿਟ ਹੋਏਗਾ, ਬੌਂਡਡ ਵਰਕ ਪਰਮਿਟ ਹੋਏਗਾ, ਜਾਂ ਕਿਸੇ ਕਿੱਤੇ ਨਾਲ ਰਿਲੇਟਡ ਹੋਏਗਾ, ਕਿਸ ਟਾਈਪ ਦਾ ਹੋਏਗਾ? ਤਰਨ ਜੀ ਇਹ EMPLOYER ਸਪੈਸਿਫਿਕ ਵਰਕ ਪਰਮਿਟਸ ਹੋਣਗੇ, ਬੌਂਡਡ ਵਰਕ ਪਰਮਿਟਸ ਹੋਣਗੇ, ਤੁਸੀਂ ਪਰਟੀਕੂਲਰਲੀ ਉਸੇ EMPLOYER ਨਾਲ ਕੰਮ ਕਰ ਸਕਦੇ ਹੈਗੇ ਹੋ। ਸੋ ਨਾਰਮਲੀ ਜਿਹੜੇ ਵਰਕ ਪਰਮਿਟਸ ਅਸੀਂ ਦੇਖਦੇ ਹਾਂ 40 ਘੰਟੇ ਕੰਮ ਕਰਨ ਦੇ ਹੁੰਦੇ ਨੇ, ਸੋ ਤੁਸੀਂ ਉਸੇ EMPLOYER ਨਾਲ ਕੰਮ ਕਰਦੇ ਹੋਇਆ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਹੋਣੀ ਹੈ, ਬਿਕੋਜ਼ ਕੱਲ ਨੂੰ ਉਹ EMPLOYER ਵੀ ਡੈਜ਼ਿਗਨੇਟਿਡ ਹੋਣਾ ਚਾਹੀਦਾ, ਕਿਉਂਕਿ ਕੱਲ ਨੂੰ ਜਦੋਂ ਉਹਨੇ PNP ਤੁਹਾਡਾ ਅਪਲਾਈ ਕਰਨਾ ਹੈਗਾ, ਉਹ ਕੁਆਲੀਫਾਈਡ ਹੋਣਾ ਚਾਹੀਦਾ। ਜੇ ਉਹ ਕੁਆਲੀਫਾਈਡ ਨਹੀਂ ਹੈਗਾ ਤੇ ਤੁਹਾਡੀ PNP ਨਹੀਂ ਲੱਗਣੀ। ਸੋ ਜਦੋਂ ਵਰਕ ਪਰਮਿਟ ਦੀ ਐਪਲੀਕੇਸ਼ਨ ਪੁੱਟ ਅਪ ਹੁੰਦੀ ਹੈ, ਤਾਂ ਜਿਹੜੀ ਪਿੱਛੇ ਫੈਮਿਲੀ ਆ, ਕਿ ਉਸ ਵਰਕ ਪਰਮਿਟ ਦੇ ਉੱਤੇ ਉਸ ਫੈਮਿਲੀ ਨੂੰ ਅੱਗੇ ਬੁਲਾਇਆ ਜਾ ਸਕਦਾ ਹੈ? ਓਕੇ ਤਰਨ ਜੀ, ਵੈਰੀ ਗੁੱਡ ਕੁਐਸਚਨ। NOC OAB ਟੀਅਰ 0 1 2 3 ਉੱਥੇ ਤੱਕ ਤਾਂ ਤੁਹਾਡੀ ਫੈਮਿਲੀ ਨਾਲ ਆ ਰਹੀ ਹੈ, ਬਟ ਜਿੱਥੇ NOC C and D ਆ ਜਾਂਦੇ ਨੇ ਉੱਥੇ ਫੈਮਿਲੀ ਨਾਲ ਨਹੀਂ ਆ ਰਹੀ। ਉਹਦੇ ਵੀ ਨਵੀਂ ਅਨਾਉਂਸਮੈਂਟ ਤੁਹਾਨੂੰ ਯਾਦ ਹੋਏਗਾ, 2 ਦਸੰਬਰ ਨੂੰ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੂੰ 3 ਫੇਜ਼ਸ ਦੇ ਵਿੱਚ ਅਨਾਉਂਸਮੈਂਟ ਕੀਤੀ ਸੀਗੀ ਕਿ 3 ਫੇਜ਼ਸ ਦੇ ਵਿੱਚ। ਸੋ ਪਹਿਲੀ ਫੇਜ਼ ਤਾਂ ਲਾਂਚ ਹੋ ਚੁੱਕੀ ਹੈਗੀ ਹੈ ਜਨਵਰੀ 31 ਨੂੰ, ਹੁਣ ਸੈਕੰਡ ਫੇਜ਼ ਦੀ ਲਾਂਚਿੰਗ ਡਿਊ ਹੈਗੀ ਹੈ, ਐਂਡ ਸੈਕੰਡ ਫੇਜ਼ ਦੇ ਵਿੱਚ ਈਵਨ ਲੋ ਸਕਿੱਲਸ ਵਾਲੀਆਂ ਜੌਬਸ ਵਾਲੇ ਵੀ ਆਪਣੇ ਸਪਾਊਸਸ ਨੂੰ ਡਿਪੈਂਡੈਂਟ ਵੀਜ਼ਾਸ ਲੈ ਕੇ ਦੇ ਸਕਦੇ ਨੇ। ਸੋ ਉਹਨਾਂ ਦੇ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਜਾਏਗਾ, ਕੰਮ ਕਰ ਸਕਣਗੇ। ਫੇਜ਼
ਫੇਜ਼ 3 ਦੇ ਵਿੱਚ ਐਗਰੀਕਲਚਰ ਰਿਲੇਟਡ ਜਿਹੜੇ ਲੋ ਸਕਿੱਲਸ ਹੈਗੇ ਨੇ, ਲੋ ਪੇਇੰਗ ਜੌਬਸ ਹੈਗੀ, ਉਹਨਾਂ ਦੇ ਸਪਾਊਸਸ ਵੀ ਐਲੀਜੀਬਲ ਹੋ ਜਾਣਗੇ। ਸੋ ਇਸ ਟਾਈਮ ਤੇ ਜਿਹੜੀਆਂ ਮੈਨ ਪਾਵਰ ਸ਼ਾਰਟੇजेस ਨੂੰ ਫਿਲ ਕਰਨ ਵਾਸਤੇ ਗਵਰਨਮੈਂਟ ਇਜ਼ ਟੇਕਿੰਗ ਆਲ ਐਂਡੇਵਰਸ, ਆਲ ਇਨੀਸ਼ੀਏਟਿਵਸ ਕਿ ਅਸੀਂ ਉਹ ਜਿੰਨੀਆਂ ਜੌਬਸ ਹੈਗੀਆਂ ਫਿਲ ਕਰ ਸਕੀਏ, ਉਹਨਾਂ ਐਡਵਾਂਟੇਜ ਹੈਗਾ ਸਾਡੇ ਸੋ ਵਾਸਤੇ। ਜੇਕਰ ਵਿਦਿਨ ਕੈਨੇਡਾ ਹੁਣ ਜੇ ਕਿਸੇ ਦਾ ਕੋਈ ਹੋਰ ਐਕਸਪੀਰੀਅੰਸ ਨਹੀਂ ਬਣ ਪਾ ਰਿਹਾ, ਕਿਸੇ ਕੋਲ ਟਰੱਕਿੰਗ ਦਾ ਲਾਇਸੈਂਸ ਹੈਗਾ ਆ, ਤਾਂ ਕੀ ਉਹਨਾਂ ਲਈ ਵੀ ਜੌਬ ਓਪਰਚੁਨਿਟੀਜ਼ ਹੁੰਦੀਆਂ ਨੇ? ਬਿਲਕੁਲ ਤਰਨ, ਓਕੇ, ਸਾਡੇ ਕੋਲ ਵੀ ਕੁਝ ਓਪਰਚੁਨਿਟੀਜ਼ ਇਸ ਟਾਈਮ ਮੌਜੂਦ ਹੈਗੀਆਂ। ਹੁਣ ਇੰਟਰਨੈਸ਼ਨਲ ਸਟੂਡੈਂਟਸ ਦੀ ਅਸੀਂ ਗੱਲ ਕਰਦੇ ਹਾਂ, ਗ੍ਰੇਡ 12 ਕਰਕੇ ਜਿਹੜੇ ਬੱਚੇ ਆਏ, ਅਸੀਂ ਦੇਖਦੇ ਸੀਗੇ ਕਿ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਟਰੱਕ ਦਾ ਲਾਇਸੈਂਸ ਲੈਣ ਕੇ, ਬਿਕੋਜ਼ ਟਰੱਕ ਦੇ ਵਿੱਚ ਪੈਸੇ ਉਹਨਾਂ ਦੇ ਜ਼ਿਆਦਾ ਬਣਦੇ ਹੈਗੇ ਨੇ, ਰਾਈਟ। ਐਂਡ ਟਰੱਕਿੰਗ ਦੇ ਵਿੱਚ ਉਹਨਾਂ ਨੂੰ ਪੂਰਾ ਕੰਟਰੀ ਦੇਖਣ ਦਾ, ਪੂਰਾ ਕੰਟੀਨੈਂਟ ਦੇਖਣ ਦਾ ਮੌਕਾ ਮਿਲ ਜਾਂਦਾ ਹੈਗਾ। ਸੋ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਏ ਹੋਏ ਨੇ ਗ੍ਰੇਡ 12 ਕਰਕੇ, ਓਨਟਾਰੀਓ ਦਾ ਵੀ ਤੁਹਾਨੂੰ ਯਾਦ ਹੋਏਗਾ, ਅਸੀਂ ਫੈਬਰਰੀ ਦੇ ਮਹੀਨੇ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਸੀਗੀ ਕਿ ਟਰੱਕਿੰਗ ਦਾ ਡਰਾ ਆਊਟ ਹੋਇਆ। ਪਹਿਲੇ ਜਦੋਂ ਅਨਾਉਂਸਮੈਂਟ ਹੋਈ ਤੇ ਉਹਦੇ ਵਿੱਚ ਟਰੱਕ ਡਰਾਈਵਰਸ ਉਸ ਡਰਾ ਦੇ ਵਿੱਚ ਸੀਗੇ। ਜਦੋਂ 2 ਦਿਨਾਂ ਬਾਅਦ ਉਹਨਾਂ ਨੇ ਅਮੈਂਡਮੈਂਟ ਕੀਤੀ ਤੇ ਉਹਨਾਂ ਨੇ ਟਰੱਕ ਡਰਾਈਵਰਸ, ਬਿਕੋਜ਼ ਉਹਦੇ ਵਿੱਚ ਇੰਨੇ ਕੁ ਟਰੱਕ ਡਰਾਈਵਰ ਸੀਗੇ, ਉਹ ਓਨਟਾਰੀਓ ਉਹਨੇ ਇਨਵੀਟੇਸ਼ਨਸ ਦੇਣਾ ਹੀ ਨਹੀਂ ਚਾਹੁੰਦਾ ਸੀਗਾ। ਸੋ ਦੇ ਟੁੱਕ ਆਊਟ ਦੈਟ, ਉਹ ਟਰੱਕਿੰਗ ਵਾਲਿਆਂ ਨੂੰ ਨਹੀਂ ਗ੍ਰਾਂਟ ਹੋਇਆ। ਸੋ ਅੱਜ ਦੀ ਤਰੀਕ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਖਾਸ ਕਰ ਟਰੱਕਿੰਗ ਦੇ ਨਾਲ ਜੁੜੇ ਹੋਏ ਨੇ, ਉਹਨਾਂ ਵਾਸਤੇ PNPs ਆਰ ਦਾ ਬੈਸਟ। PNP ਉਹਨਾਂ ਨੂੰ ਦੇਖਣਾ ਹੈ ਕਿ ਕਿਹੜਾ ਪ੍ਰੋਵਿੰਸ ਮੇਰੇ ਵਾਸਤੇ ਅੱਜ ਦੀ ਤਰੀਕ ਦੇ ਵਿੱਚ ਬੈਸਟ ਹੈਗਾ। ਸਾਡੇ ਕੋਲ ਕੁਝ ਇੰਪਲੋਇਰਸ ਇਹੋ ਜਿਹੇ ਆਏ ਨੇ ਜਿਹੜੇ ਐਟਲਾਂਟਿਕ ਬੇਸਡ ਹੈਗੇ ਨੇ, ਹਿਊਜ ਕੰਪਨੀਜ਼, ਹਿਊਜ ਆਪਰੇਸ਼ਨਸ ਅਕ੍ਰੋਸ ਨਾਰਥ ਅਮਰੀਕਾ। ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਚਾਹੀਦੇ ਨੇ ਜਿਨ੍ਹਾਂ ਦੇ ਕੋਲ ਟਰੱਕਿੰਗ ਦਾ ਲਾਇਸੈਂਸ ਹੋਵੇ, ਟਰੱਕਿੰਗ ਦਾ ਐਕਸਪੀਰੀਅੰਸ ਹੋਵੇ। ਜੇ ਉਹਨਾਂ ਕੋਲ US ਦਾ ਵੀਜ਼ਾ ਹੈਗਾ, ਹੋਰ ਵੀ ਐਡਵਾਂਟੇਜੀਅਸ ਹੈਗਾ। ਐਂਡ ਇਹ ਇੰਨੀ ਕੁ ਵੱਡੀ ਕੰਪਨੀ ਹੈਗੀ ਕਿ ਇਹ ਹਰ ਸਾਲ ਤਕਰੀਬਨ 600 ਤੋਂ 700 EMPLOYEES ਨੂੰ ਹੈਲਪ ਕਰਦੀ ਹੈ PNP ਲੈਣ ਵਾਸਤੇ। ਸੋ ਜੇ ਤੁਸੀਂ ਇਸ ਐਡਵਾਂਟੇਜ ਲੈਣਾ ਚਾਹੁੰਦੇ ਹੋ, ਉਹਨਾਂ ਦੇ ਕੋਲ ਕੰਮ ਕਰਨਾ ਚਾਹੁੰਦੇ ਹੋ, ਤੇ ਦ ਕੰਪਨੀ ਇਜ਼ ਵਿਲਿੰਗ ਟੂ ਹੈਲਪ ਯੂ ਆਊਟ ਐਂਡ ਵੈਰੀ ਗੁੱਡ ਪੇ ਐਜ਼ ਵੈਲ। ਸੋ ਇੰਟਰਨੈਸ਼ਨਲ ਸਟੂਡੈਂਟਸ ਜਾਂ ਜਿਹੜੇ ਓਪਨ ਸਪਾਊਸ ਦੇ ਡਿਪੈਂਡੈਂਟ ਵਰਕ ਪਰਮਿਟ, ਓਪਨ ਵਰਕ ਪਰਮਿਟਸ ਵਾਲੇ ਬੰਦੇ ਚਾਹੀਦੇ ਨੇ ਇਹਨਾਂ ਨੂੰ ਕੰਪਨੀਜ਼ ਨੂੰ। ਸੋ ਦੇ ਵਿਲ ਹੈਲਪ ਯੂ ਵਿਦ ਦਾ PNPs। ਹੋ ਸਕਦਾ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ LMIA ਦੇ ਵਿੱਚ ਹੈਲਪ ਨਾ ਕਰਨ, ਸੋ PNP ਦੇ ਵਿੱਚ ਹੈਲਪ ਕਰਨਗੇ। ਉਹਦੇ ਵਾਸਤੇ ਓਪਨ ਵਰਕ ਪਰਮਿਟ ਵਾਸਤੇ ਚਾਹੀਦੇ ਨੇ, ਕਮ ਇਨ ਐਂਡ ਸਟਾਰਟ ਵਰਕਿੰਗ। ਅਸੀਂ ਸਾਨੂੰ ਆਪਣਾ CV ਭੇਜ ਦਿਓ, ਆਪਣਾ ਰੈਕਡ ਭੇਜ ਦਿਓ, ਆਪਣਾ ਡਰਾਈਵਿੰਗ ਲਾਇਸੈਂਸ ਭੇਜ ਦਿਓ, ਸਾਡੀ ਇੰਟਰਵਿਊ ਕਰਵਾਵਾਂਗੇ। ਇੰਟਰਵਿਊ ਤੁਹਾਡੀ ਥਰੂ ਹੁੰਦੀ ਹੈ, ਗੋ ਐਂਡ ਸਟਾਰਟ ਵਰਕਿੰਗ ਵਿਦ ਦਿਸ EMPLOYER, ਡਰਾ ਸੈਲਰੀ, ਐਂਡ ਤੁਸੀਂ ਥੋੜਾ ਚਿਰ ਕੰਮ ਕਰਨ ਤੋਂ ਬਾਅਦ, 1 ਸਾਲ ਕੰਮ ਕਰਨ ਤੋਂ ਬਾਅਦ ਤੁਸੀਂ PNP ਵਾਸਤੇ ਕੁਆਲੀਫਾਈ ਕਰ ਜਾਓਗੇ। ਜੇ ਤੁਹਾਡੇ ਕੋਲ ਪਹਿਲਾਂ ਹੀ ਐਕਸਪੀਰੀਅੰਸ ਹੈਗਾ ਤੇ ਰਾਈਟ ਅਵੇ ਕੁਝ ਮਹੀਨੇ ਕੰਮ ਕਰਨ ਤੋਂ ਬਾਅਦ ਤੁਹਾਡਾ EMPLOYER ਤੁਹਾਨੂੰ PNP ਦੇ ਵਿੱਚ ਹੈਲਪ ਕਰੇਗਾ। ਸੋ ਦਿਸ ਓਪਰਚੁਨਿਟੀ ਇਜ਼ ਓਨਲੀ ਫॉर ਇੰਟਰਨੈਸ਼ਨਲ ਸਟੂਡੈਂਟਸ, ਜਾਂ ਫਿਰ ਜਿਹੜੇ ਇੱਥੇ ਵਿਜ਼ਟਰ ਵੀਜ਼ਾ ਤੇ ਆਏ ਹੋਏ ਨੇ, ਉਹਨਾਂ ਦੇ ਕੋਲ ਕੋਈ ਐਕਸਪੀਰੀਅੰਸ ਹੈਗਾ, ਉਹ ਇਸ ਦਾ ਫਾਇਦਾ ਲੈ ਸਕਦੇ? ਤਰਨ ਜੀ, ਆਹ ਵਾਲੇ ਉਹ ਓਪਰਚੁਨਿਟੀਜ਼ ਹੈਗੀਆਂ ਉਹਨਾਂ ਵਾਸਤੇ ਜਿਹੜੇ ਓਪਨ ਵਰਕ ਪਰਮਿਟ ਦੇ ਉੱਤੇ ਹੈਗੇ ਨੇ, ਭਾਵੇਂ ਉਹ ਇੰਟਰਨੈਸ਼ਨਲ ਸਟੂਡੈਂਟ ਹੋਣ ਜਾਂ ਸਪਾਊਸਸ ਹੋਣ ਜਿਹੜੇ ਬਾਉਂਡਡ ਵਰਕ ਪਰਮਿਟ ਦੇ ਉੱਤੇ ਬੈਠੇ ਹੋਏ ਨੇ। ਸੋ ਉਹ ਇਹਨਾਂ ਚੀਜ਼ ਦਾ ਐਡਵਾਂਟੇਜ ਲੈ ਸਕਦੇ, ਜਾਂ ਈਵਨ ਜਿਹੜੇ ਸਪੋਜ਼ ਸਟੂਡੈਂਟਸ ਪੜ੍ਹ ਰਹੇ ਨੇ, ਉਹਨਾਂ ਦੇ ਸਪਾਊਸਸ ਨੂੰ ਓਪਨ ਵਰਕ ਪਰਮਿਟ ਹੈਗਾ, ਸੋ ਉਹ ਵੀ ਇਸ ਚੀਜ਼ ਦਾ ਫਾਇਦਾ ਲੈ ਸਕਦੇ ਨੇ। ਨੈਕਸਟ ਕਾਲਰ ਜੁੜ ਗਏ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਟੋਰਾਂਟੋ ਤੋਂ ਗੱਲ ਕਰ ਰਿਹਾ ਜੀ। ਤੇ ਮੇਰਾ ਬਸ ਇਹ ਸਵਾਲ ਹੈ ਕਿ ਜੋ ਕੇਅਰ ਗਿਵਰ ਦੇ ਲਈ ਹੈ, ਐਲਡਰਲੀ ਪਰਸਨ ਦੇ ਲਈ, ਉਹਦੇ ਲਈ ਕੀ ਇਸ ਟਾਈਮ ਕੋਈ ਸਪੈਸ਼ਲ ਕੁਝ ਚੱਲ ਰਿਹਾ, ਕੋਈ ਪਾਲਿਸੀਜ਼ ਬਾਈ ਗਵਰਨਮੈਂਟ, ਤੇ ਇਹਦੇ ਚ ਕੀ ਰਿਕੁਆਇਰਮੈਂਟਸ ਨੇ? ਮੇਰੀ ਰਿਕੁਆਇਰਮੈਂਟ ਕੀ ਨੇ, ਕਿਉਂਕਿ ਮੇਰੇ ਕੁਝ ਰਿਲੇਟਿਵ ਨੇ ਜੋ ਮੇਰੇ ਪੇਰੈਂਟਸ ਲਈ, ਉਹਨਾਂ ਦੇ ਮੈਂ ਦੇਖ ਰਿਹਾ ਸੀ ਕੁਝ, ਅਗਰ ਕੁਝ ਉਹਨਾਂ ਦੇ ਬਾਰੇ ਕੁਝ ਬਣ ਸਕਦਾ ਸਾਡੀ, ਉਹਦੇ ਲਈ ਥੋੜਾ ਜਿਹਾ ਕੁਝ ਮੈਨੂੰ ਦੱਸ ਦਿਓ ਕਿ ਕੀ ਬੇਸਿਕ ਰਿਕੁਆਇਰਮੈਂਟਸ ਆਈਆਂ ਨੇ ਉਹਨਾਂ ਨੂੰ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਕਾਲ ਕਰਨ ਦੇ ਲਈ। ਨੈਕਸਟ ਕਾਲਰ, ਹਾਂਜੀ, ਫੋਨ ਨੰਬਰ 6737, ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? ਜੀ ਸਤਿ ਸ਼੍ਰੀ ਅਕਾਲ ਤਾਰਨ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੱਥੋਂ ਬਰੰਪਟਨ ਤੋਂ ਬੋਲਦੀ ਹਾਂ। ਮੈਂ ਥੋੜਾ ਜਿਹਾ ਹਟ ਕੇ ਆਇਆ ਤੋਂ ਮੇਰਾ ਪ੍ਰਸ਼ਨ, ਜਿੱਦਾਂ ਨਾ ਮੇਰੀ ਬੇਟੀ ਨੇ ਇੱਥੇ ਮੈਰਿਜ ਕਰਵਾਈ ਤੇ ਉਹ ਮੁੰਡਾ ਸੀ ਵਰਕ ਪਰਮਿਟ ਤੇ, ਹਨਾ, ਉਹ ਪਿੱਛੇ ਜਦੋਂ ਕਰੋਨਾ 'ਚ ਉਹ ਇੰਡੀਆ ਨੂੰ ਚੱਲ ਗਏ ਤੇ ਕੁੜੀ ਦਾ ਸਿਟੀਜ਼ਨ ਸੀ, ਇਹਦੇ ਕੋਲ ਨਾਲ ਬੇਟੀ ਸੀ, ਇਹ ਆ ਗਈਆਂ ਤੇ ਉਹਦਾ ਵਰਕ ਪਰਮਿਟ ਖਤਮ ਹੋ ਗਿਆ, ਤਾਂ ਸਾਲ ਭਰ ਰਹਿਣਾ ਪੈ ਗਿਆ। ਹੁਣ ਉਹਦੀ ਵਿਆਹ ਵਾਲੀ ਫਾਈਲ ਤਾਂ ਚੱਲਦੀ ਸੀਗੀ, ਉਹਨਾਂ ਨੇ ਸਾਰਾ ਕਰ ਕਤਰ ਕੇ ਬਾਅਦ ਵਿੱਚ ਇਹਨਾਂ ਦੀ ਇੰਟਰਵਿਊ ਪਾਤੀ, ਹੈ ਨਾ। ਇੰਟਰਵਿਊ ਤੇ ਜਦੋਂ ਪਾਈ ਤਾਂ ਉਹਦੇ ਬਾਅਦ ਇੰਟਰਵਿਊ ਵੀ 4 ਦਿਨ ਪਹਿਲਾਂ ਕੈਂਸਲ ਕਰ ਦਿੱਤੀ। ਹੁਣ ਇਹਨਾਂ ਨੇ ਫਿਰ ਇੱਥੇ ਵਕੀਲ ਕੋਲ ਕੋਰਟ 'ਚ ਕੇਸ ਲਾਇਆ, ਉਹਦੇ ਬਾਰੇ ਦੇਖੋ ਤਾਂ ਹੁਣ 6 ਮਹੀਨੇ ਉਹ ਵੀ ਲਾਏ ਨੂੰ ਹੋ ਗਏ ਆ, ਤੇ ਕਿੱਦਾਂ ਕੁਝ ਹੋ ਸਕਦਾ ਆ। ਹੁਣ ਕੁੜੀ ਸੌ ਕੇ ਆਪ ਇੰਡੀਆ ਨੂੰ ਗਈ ਆ, ਵੀ ਜੇ ਬਣ ਜਵੇ ਤਾਂ ਇੱਦਾਂ ਨਾ ਕਹਿਣ ਵੀ ਤੂੰ ਆਈ ਨਹੀਂ ਮੁੜ ਕੇ, ਹਨਾ। ਸਰ ਕੁਝ ਉਹਨਾਂ ਦਾ ਕੇਸ ਰਿਫਿਊਜ਼ ਹੋ ਗਿਆ ਸੀਗਾ ਜੀ, ਜਿਹੜਾ ਕੋਰਟ ਦੇ ਵਿੱਚ ਗਏ ਹੋ ਤੁਸੀਂ?
ਅਪੀਲ ਡਿਵੀਜ਼ਨ ਦੇ ਵਿੱਚ ਗਏ ਹੋ? ਉਹਨਾਂ ਦਾ ਜਿਹਦਾ ਕੇਸ ਮਤਲਬ ਇੰਟਰਵਿਊ ਪਾਈ ਸੀ ਦਿੱਲੀ। ਉਸ ਤੋਂ ਬਾਅਦ ਕੋਰਟ ਦੇ ਵਿੱਚ ਕਿਉਂ ਗਏ ਜੀ? ਤੁਸੀਂ ਕਿਹਾ ਕਿ ਕੋਰਟ ਦੇ ਵਿੱਚ ਗਏ ਆ। ਹਾਂਜੀ, ਉਹ ਫਿਰ ਉਹ ਕਹਿੰਦੇ ਜਦੋਂ ਉਹਨਾਂ ਨੇ ਕੁਝ ਵੀ ਨਹੀਂ ਦੱਸਿਆ ਵੀ ਜਿੱਦਾਂ ਇੰਟਰਵਿਊ ਪਾ ਕੇ 8 ਅਗਸਤ ਦੀ ਸੀਗੀ ਤੇ 4 ਨੂੰ ਇਹਨਾਂ ਨੂੰ ਫੋਨ ਆ ਗਿਆ ਵੀ ਤੁਸੀਂ ਵੀ ਨਾ ਇਹਨੇ ਇਧਰੋਂ ਆਨਲਾਈਨ ਕਰਦੀ ਸੀ ਗੱਲ ਤਾਂ ਉਹਨੇ ਦਿੱਲੀ ਆਉਣਾ ਸੀਗਾ ਤੇ ਉਹਨੇ ਕੈਨਸਲ ਕਰ ਦਿੱਤੀ। ਠੀਕ ਹੈ ਜੀ, ਥੈਂਕ ਯੂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਨੈਕਸਟ ਕਾਲਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? 4000। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਮੇਰਾ ਤੁਹਾਨੂੰ ਕੁਐਸਚਨ ਸੀਗਾ ਕਿ ਮੇਰੀ ਬੇਟੀ ਦੀ ਐਕਸਪ੍ਰੈਸ ਐਂਟਰੀ ਵਿੱਚ ਫਾਈਲ ਲੱਗੀ ਹੋਈ 8 ਮਹੀਨੇ ਹੋ ਗਏ ਨੇ ਤੇ ਉਹਨਾਂ ਦੇ ਪੁਆਇੰਟ ਬਣਦੇ ਨੇ 488 ਤੇ ਉਹ ਹਾਲੇ ਕੁਝ ਉਹਨਾਂ ਦਾ ਮਤਲਬ ਤੁਹਾਨੂੰ ਪਤਾ ਨਹੀਂ ਚੱਲ ਰਿਹਾ, ਨਾ ਹੀ ਕੋਈ ਜਵਾਬ ਆ ਰਿਹਾ ਕਿ ਇਹ ਕਦੋਂ ਤੱਕ ਉਹਨਾਂ ਦਾ ਮਤਲਬ ਆ ਸਕਦਾ ਹੈ ਐਕਸਪ੍ਰੈਸ ਐਂਟਰੀ ਦਾ ਡਰਾਅ, ਜਾਂ ਕਿੱਦਾਂ ਉਹਨਾਂ ਦਾ ਅਸੀਂ ਕਰ ਸਕਦੇ ਹਾਂ। ਕੁਝ ਪੁੱਛਣਾ ਤੁਸੀਂ ਆਨਸਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਨੈਕਸਟ ਕਾਲਰ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮਾਫੀ ਚਾਹਾਂਗੇ ਜੀ, ਸ਼ਾਇਦ ਫੋਨ ਡਿਸਕਨੈਕਟ ਹੋ ਗਿਆ ਤੇ ਆਪਾਂ ਇੱਕ ਇੱਕ ਕਰਕੇ ਪਹਿਲਾਂ ਰਿਪਲਾਈ ਕਰਦੇ ਹਾਂ। ਕੇਅਰ ਗਿਵਰ ਦੇ ਬਾਰੇ ਕਿਸੇ ਨੇ ਪੁੱਛਿਆ ਸੀ, ਪੇਰੈਂਟਸ ਦੇ ਲਈ। ਬਿਲਕੁਲ ਜੀ, ਤੁਸੀਂ ਤੁਹਾਡੇ ਕੋਲ ਦੋ ਆਪਸ਼ਨਸ ਹੈਗੀਆਂ। ਪਬਲਿਕ ਜਿਹੜਾ ਪਾਇਲਟ ਪ੍ਰੋਗਰਾਮ ਚੱਲ ਰਿਹਾ ਹੋਮ ਸਪੋਰਟ ਵਾਸਤੇ, ਉਹਦੇ ਵਿੱਚ ਵੀ ਐਡਵਾਂਟੇਜ ਲੈ ਸਕਦੇ ਹੋ ਤੁਸੀਂ ਉਹਨਾਂ ਦਾ, ਬਟ ਉਹਦੇ ਵਿੱਚ ਹਾਲੇ 2019 2020 ਦੀਆਂ ਫਾਈਲਸ ਪਿਕ ਹੋ ਰਹੀਆਂ, 2023 ਦੀਆਂ ਹਾਲੇ ਲੱਗਦੀਆਂ। ਜੇ ਲਗਾਓਗੇ ਤਾਂ ਐਬਸੋਲੂਟਲੀ ਚਾਂਸਸ ਹੈਗੇ ਨੇ, ਬਟ ਟਾਈਮ ਲੱਗੇਗਾ। ਇਫ ਯੂ ਨੀਡ ਸਮ ਹੈਲਪ ਰਾਈਟ ਅਵੇ ਤੇ ਇਟ ਇਜ਼ ਮੋਰ ਸੁਜੈਸਟਡ ਕਿ ਤੁਸੀਂ ਵਿਦਨ ਕੈਨੇਡਾ ਕੋਈ ਕੇਅਰ ਗਿਵਰ ਦੇਖ ਲਓ ਜਿਹੜੇ ਕੈਨੇਡਾ ਵਿੱਚ ਪ੍ਰੈਜ਼ੈਂਟ ਹੋਣ, ਜਾਂ ਫਿਰ ਤੁਸੀਂ ਜਿਹੜੇ ਨਰਸਿੰਗ ਬੈਕਗਰਾਊਂਡ ਦੇ ਹੈਗੇ ਨੇ LMIA ਲੈ ਕੇ ਤੁਸੀਂ ਉਹਨਾਂ ਨੂੰ ਵਰਕ ਪਰਮਿਟ ਤੇ ਲੈ ਕੇ ਆ ਸਕਦੇ ਹੋ। ਸੋ ਉਹ ਐਡਵਾਂਟੇਜ ਤੁਹਾਡੇ ਵਾਸਤੇ ਹੈਗਾ ਆ। ਤੁਸੀਂ ਉਹ LMIA ਦੇ ਨਾਲ ਵਿਦਿਨ 2 to 3 ਮੰਥਸ ਤੁਹਾਡਾ LMIA ਪ੍ਰੋਸੈਸ ਹੋ ਸਕਦਾ, ਬਟ LMIA ਜਦੋਂ ਪ੍ਰੋਸੈਸ ਹੋਏਗਾ ਤੇ ਤੁਹਾਡੀ ਇਨਕਮ ਰਿਕੁਆਇਰਮੈਂਟਸ ਤੁਸੀਂ ਜ਼ਰੂਰ ਦੇਖਣਾ ਹੈ ਕਿ ਫੈਮਿਲੀ ਸਾਈਜ਼ ਦੇ ਹਿਸਾਬ ਦੇ ਨਾਲ ਤੁਸੀਂ ਇਨਕਮ ਰਿਕੁਆਇਰਮੈਂਟਸ ਮੀਟ ਕਰਦੇ ਹੋ, ਪਲੱਸ ਤੁਹਾਡੀ ਇੰਨੀ ਕਿ ਇਨਕਮ ਜ਼ਰੂਰ ਹੋਵੇ ਕਿ ਉਹਦੀ ਸੈਲਰੀ ਦੇਣ ਦੇ ਵਿੱਚ ਆਫਿਸਰ ਨੂੰ ਕਲੀਅਰਲੀ ਨਜ਼ਰ ਆਵੇ, ਕੋਈ ਚੈਲੰਜ ਨਹੀਂ ਹੋਏਗਾ। ਸੋ ਇੱਕ ਤੇ ਐਡਵਾਂਟੇਜ ਹੋ ਸਕਦਾ, ਤੁਸੀਂ ਜਿਹਦਾ ਫਾਇਦਾ LMIA ਦੇ ਥਰੂ ਵਰਕ ਪਰਮਿਟ ਦੇ ਵਿੱਚ ਲੈ ਕੇ ਆ ਕੇ ਕਰ ਸਕਦੇ ਹੋ ਜੀ। ਵੈਸੇ ਪੇਰੈਂਟਸ ਵਾਲੀਆਂ ਐਪਲੀਕੇਸ਼ਨਸ ਤਾਂ ਹਜੇ ਭਰੀਆਂ ਤਾਂ ਨਹੀਂ ਹੈਗੀਆਂ, ਹੈ ਤਾਂ ਇਹਨਾਂ ਕੋਲ ਚਾਂਸ ਹੋ ਸਕਦਾ ਹੈ। ਬਿਲਕੁਲ ਹੈਗਾ, ਬਟ ਤਰਨ ਜੀ ਉਹਦੇ ਵਿੱਚ ਪ੍ਰੋਸੈਸਿੰਗ ਟਾਈਮ ਜ਼ਰੂਰ ਲੱਗੇਗਾ, ਕਿਉਂਕਿ ਹਾਲੇ ਤਾਂ 20 ਦੀਆਂ ਐਪਲੀਕੇਸ਼ਨਸ ਅਸੀਂ ਦੇਖਦੇ ਹਾਂ ਕਿ ਪ੍ਰੋਸੈਸ ਹੋ ਰਹੀਆਂ ਹੈਗੀਆਂ। ਸੋ 23 ਦੀਆਂ ਐਪਲੀਕੇਸ਼ਨਸ ਤੋਂ 2 ਤੋਂ 2.5 ਸਾਲ ਤਾਂ ਲੱਗਣਗੇ। ਨੈਕਸਟ ਸੀਗਾ ਕਾਲ ਜਿਨ੍ਹਾਂ ਨੇ ਕਿਹਾ ਸੀ ਬੇਟੀ ਦੀ ਮੈਰਿਜ ਹੋਈ ਸੀ, ਸਪਾਊਸ ਵੀਜ਼ਾ ਨੂੰ ਲੈ ਕੇ ਹੁਣ ਇੰਟਰਵਿਊ ਤੱਕ ਕੈਂਸਲ ਹੋ ਗਈ ਹੈ। ਜੀ ਬਿਲਕੁਲ, ਤੁਹਾਡੇ ਕੇਸ ਦੇ ਵਿੱਚ ਤੁਹਾਡੀ ਕਹਿਣ ਦੇ ਵਿੱਚ ਕੋਈ ਚੀਜ਼ਾਂ ਸਮਥਿੰਗ ਇਜ਼ ਮਿਸ। ਸੋ ਤੁਹਾਡੇ ਵਾਸਤੇ ਬੈਸਟ ਸੁਜੈਸਟਡ ਆਈ ਹੈਗਾ ਕਿ ਜਿਹੜੇ ਕੰਸਲਟੈਂਟ ਜਾਂ ਜਿਹੜੇ ਲਾਇਰ ਦੇ ਥਰੂ ਤੁਸੀਂ ਫਾਈਲ ਪਿਕਅਪ ਤੁਹਾਡਾ ਪ੍ਰੋਸੈਸ ਕਰ ਰਹੇ ਨੇ, ਉਹਨਾਂ ਤੋਂ ਐਗਜ਼ੈਕਟ ਐਂਡ ਮੋਰ ਇਨਫੋਰਮੇਸ਼ਨ ਲੈਣ ਦੀ ਤੇ ਮੋਰ ਕਲੈਰਿਟੀ ਲੈਣ ਦੀ ਕੋਸ਼ਿਸ਼ ਕਰੋ। ਬਿਕੋਜ਼ ਤੁਸੀਂ ਇੰਟਰਵਿਊ ਕੈਂਸਲ ਕਰਨ ਦੀ ਗੱਲ ਕਰ ਰਹੇ ਹੋ, ਦੂਜੇ ਪਾਸੇ ਕੋਰਟ ਦੀ ਗੱਲ ਕਰ ਰਹੇ ਹੋ, ਤੇ ਇਟ ਵਾਸ ਨਾਟ ਮੇਕਿੰਗ ਸੈਂਸ। ਸੋ ਉਹਦੇ ਵਾਸਤੇ ਜੇ ਤੇ ਪੂਰੀ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਹੈ, ਸਾਨੂੰ ਆਫਿਸ ਕਾਲ ਕਰਕੇ ਗੱਲ ਕਰ ਸਕਦੇ ਹੋ, ਜਾਂ ਜਿਹੜੇ ਕੰਸਲਟੈਂਟ ਜਾਂ ਜਿਹੜੇ ਲਾਇਰ ਨੇ ਤੁਹਾਡੀ ਬੇਟੀ ਦੀ ਐਪਲੀਕੇਸ਼ਨ ਪ੍ਰੋਸੈਸ ਕੀਤੀ ਹੈਗੀ ਹੈ, ਉਹਨਾਂ ਨਾਲ ਇੱਕ ਵਾਰੀ ਗੱਲ ਕਰਕੇ ਹੋਰ ਕਲੈਰਿਟੀ ਲੈਣ ਦੀ ਕੋਸ਼ਿਸ਼ ਕਰੋ ਜੀ। ਇਸ ਤੋਂ ਬਾਅਦ ਆਈਸੀ ਐਕਸਪ੍ਰੈਸ ਐਂਟਰੀ ਨੂੰ 8 ਮਹੀਨੇ ਹੋ ਚੁੱਕੇ ਨੇ, ਲਗਾਈ ਨੂੰ ਪ੍ਰੋਫਾਈਲ ਕ੍ਰੀਏਟ ਕੀਤੀ ਨੂੰ 488 ਪੁਆਇੰਟਸ ਨੇ। ਕਦੋਂ ਤੱਕ ਐਕਸਪ੍ਰੈਸ ਐਂਟਰੀ ਦਾ ਹੀ ਡਰਾ? 488 ਬਹੁਤ ਅੱਛਾ ਸਕੋਰ ਹੈਗਾ ਜੀ ਉਹਨਾਂ ਦਾ। ਐਜ਼ ਅ ਮੈਟਰ ਆਫ ਫੈਕਟ ਅੱਜ ਵੀ ਡਰਾ ਆਊਟ ਹੋਇਆ ਹੈ, ਬਟ ਅੱਜ ਦਾ ਜਿਹੜਾ ਡਰਾ ਸੀਗਾ ਉਹ PNP ਫੋਕਸ ਸੀਗਾ। ਸੋ 748 ਦੇ ਉੱਤੇ 667 ਇਨਵੀਟੇਸ਼ਨ ਦਿੱਤੇ ਗਏ ਨੇ, 748 ਦੇ CRS ਸਕੋਰ ਦੇ ਉੱਤੇ। ਇਹਨਾਂ ਦੀ ਬੇਟੀ ਦਾ 488, ਇਟਸ ਅ ਵੈਰੀ ਗੁੱਡ ਸਕੋਰ। ਹੋਪਫੁਲੀ ਮਾਰਚ ਦੇ ਮਹੀਨੇ ਦੇ ਵਿੱਚ ਉਹਨਾਂ ਦੀ ਐਪਲੀਕੇਸ਼ਨ ਪ੍ਰੋਫਾਈਲ ਦੇ ਵਿੱਚ ਉਹਨਾਂ ਦਾ ਪ੍ਰੋਫਾਈਲ ਪਿਕ ਹੋਣ ਦੀ ਉਮੀਦ ਹੈਗੀ ਹੈ ਜੀ। ਐਂਡ ਤੁਸੀਂ ਜਦੋਂ 8 ਮਹੀਨੇ ਪਹਿਲੇ ਲਗਾਇਆ, ਜੁਲਾਈ ਦੇ ਵਿੱਚੋਂ ਤੇ ਦੁਬਾਰਾ ਡਰਾ ਸ਼ੁਰੂ ਹੋਏ ਨੇ। ਸੋ ਤੁਸੀਂ ਜੁਲਾਈ ਤੋਂ ਬਾਅਦ ਹੀ ਐਪਲੀਕੇਸ਼ਨ, ਜੁਲਾਈ ਦੇ ਵਿੱਚ ਹੀ ਤੁਸੀਂ ਪ੍ਰੋਫਾਈਲ ਕ੍ਰੀਏਟ ਕੀਤਾ ਤੁਹਾਡੀ ਡਾਟਰ ਨੇ। ਉਸ ਟਾਈਮ 500 ਤੋਂ ਉੱਪਰ ਸਕੋਰ ਚੱਲ ਰਿਹਾ ਸੀਗਾ। ਹੁਣ ਕਰਦੇ ਲਾਸਟ ਡਰਾ 489 ਤੇ ਗਿਆ ਜਦੋਂ 3300 ਇਨਵੀਟੇਸ਼ਨਸ ਦਿੱਤੇ ਗਏ ਨੇ। ਸੋ ਹੋਪਫੁਲੀ ਉਸ ਤੋਂ ਬਾਅਦ ਇੱਕ ਡਰਾ ਹੋਰ ਮਿਸ ਕਰ ਗਏ ਆ, ਬਿਕੋਜ਼ ਫੈਬਰਰੀ ਦੇ ਮਹੀਨੇ ਦੇ ਵਿੱਚ ਵੀ ਹੈਡ ਜਸਟ 1 ਡਰਾ ਐਂਡ 2 ਡਰਾਸ PNP ਦੇ ਸੀਗੇ। ਅੱਜ ਵੀ ਜਿਹੜਾ ਡਰਾ ਆਇਆ PNP ਦਾ ਆਇਆ। ਸੋ 488 ਇਜ਼ ਅ ਵੈਰੀ ਗੁੱਡ ਸਕੋਰ। ਦੇਰ ਇਜ਼ ਅ ਵੈਰੀ ਸਟਰੋਂਗ ਲਾਈਕਲੀਹੁੱਡ ਕਿ ਮਾਰਚ ਦੇ ਮਹੀਨੇ ਦੇ ਵਿੱਚ ਹੀ ਤੁਹਾਡੀ ਬੇਟੀ ਦੀ ਐਪਲੀਕੇਸ਼ਨ ਪ੍ਰੋਫਾਈਲ ਪਿਕ ਹੋ ਜਾਵੇ ਜੀ। ਬਿਲਕੁਲ। ਤੇ ਸਰ ਹੁਣ ਸਮਾਂ ਲਗਭਗ ਅੱਗੇ ਇਜਾਜ਼ਤ ਲੈਣ ਵੱਲ ਨੂੰ ਵੱਧ ਰਿਹਾ, ਤੁਹਾਡੇ ਕੋਲ ਜੌਬ ਅਪਰਚੁਨਿਟੀ ਸੀ। ਮੈਂ ਇੱਕ ਵਾਰੀ ਜ਼ਰੂਰ ਚਾਹੂੰਗੀ ਕਿ ਇੱਕ ਵਾਰੀ ਜਿਹੜੇ ਦਰਸ਼ਕ ਦੇਖ ਰਹੇ ਨੇ, ਜੇ ਕਿਸੇ ਨੂੰ ਇਸ ਵਕਤ ਜੌਬ ਦੀ ਲੋੜ ਹੈਗੀ ਹੈ ਤਾਂ ਤੁਸੀਂ ਜ਼ਰੂਰ ਜਾਣਕਾਰੀ ਦਿਓ। ਬਿਲਕੁਲ ਤਰਨ ਜੀ, 2 ਚੀਜ਼ਾਂ ਜ਼ਰੂਰ ਕਹੂੰਗਾ। ਪਹਿਲੀ ਗੱਲ ਤਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਜਿਹੜੇ ਵੀ ਦੋਸਤ ਓਪਨ ਵਰਕ ਪਰਮਿਟ ਦੇ ਵਿੱਚ ਕੈਨੇਡਾ ਦੇ ਵਿੱਚ ਹੈਗੇ ਨੇ,
ਗ੍ਰੇਡ 12 ਕਰਕੇ ਆਏ ਹੋ, ਤੁਸੀਂ ਅਗੇਨ ਆਪਣੇ ਆਪ ਨੂੰ ਇਵੈਲੂਏਟ ਕਰਨਾ ਹੈ ਕਿ ਜਿੱਥੇ ਕੰਮ ਕਰ ਰਹੇ ਹੋ, ਭਾਵੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਮ ਕਰ ਰਹੇ ਹੋ, ਭਾਵੇਂ ਓਨਟਾਰੀਓ ਦੇ ਵਿੱਚ ਕੰਮ ਕਰ ਰਹੇ ਹੋ, ਜਿਹੜੇ ਵੀ EMPLOYER ਨਾਲ ਕੰਮ ਕਰ ਰਹੇ ਹੋ, ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ PNP ਦੇ ਥਰੂ ਜਾਂ ਐਕਸਪ੍ਰੈਸ ਐਂਟਰੀ ਦੇ ਥਰੂ ਤੁਹਾਡਾ ਸਕੋਰ ਉਹਨਾਂ ਹੈਗਾ ਜਾਂ ਨਹੀਂ ਹੈਗਾ। ਜੇ ਨਹੀਂ ਹੈਗਾ ਤੇ ਲੁੱਕ ਫॉर ਐਨ ਓਪਰਚ्युनिटी ਜਿਹੜਾ PNP ਤੁਹਾਨੂੰ ਰਾਈਟ ਅਵੇ ਹੈਲਪਫੁਲ ਹੋ ਸਕੇ। ਸੋ ਜੇ ਤੁਹਾਡੇ ਕੋਲ 1.5 ਸਾਲ 1.5 ਸਾਲ ਦਾ ਘੱਟੋ ਘੱਟ ਵਰਕ ਪਰਮਿਟ ਹੈਗਾ ਹਲੇ, ਤੇ ਇਸ ਓਪਰਚ्युनिटी ਵਾਸਤੇ ਤੁਸੀਂ ਆ ਸਕਦੇ ਹੈਗੇ ਹੋ। ਵਨ ਆਫ ਦਾ ਵੈਰੀ ਗੁੱਡ ਕੰਪਨੀਜ਼ ਹੈਗੀ ਆ, ਅਕ੍ਰੋਸ ਨਾਰਥ ਅਮਰੀਕਾ ਰਨਸ ਹੈਗੇ ਨੇ ਐਂਡ ਵੈਰੀ ਨਾਈਸ ਪੇ ਮਾਸਟਰਸ ਐਜ਼ ਵੈਲ। ਸੋ ਤੁਸੀਂ ਉਹਨਾਂ ਨਾਲ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ, ਆਪਣਾ CV ਸਾਨੂੰ ਫੜਾ ਦਿਓ, ਆਪਣਾ ਡਰਾਈਵਿੰਗ ਲਾਇਸੈਂਸ ਦੀ ਕਾਪੀ ਸਾਡੇ ਨਾਲ ਸ਼ੇਅਰ ਕਰ ਦਿਓ। ਤੁਹਾਡੀ ਇੰਟਰਵਿਊ ਹੋਊਗੀ, ਤੁਹਾਡਾ ਟਰੈਕ ਰਿਕਾਰਡ ਉਹਨਾਂ ਨੇ ਜ਼ਰੂਰ ਚੈੱਕ ਕਰਨਾ ਹੈਗਾ ਕਿ ਰੈਕਡ ਕਲੀਨ ਹੈਗਾ ਜਾਂ ਨਹੀਂ ਹੈਗਾ। ਤਾਂ ਉਹ ਉਸ ਤੋਂ ਬਾਅਦ ਦੇ ਵਿਲ ਹਾਇਰ ਯੂ ਐਂਡ ਉਸ ਤੋਂ ਬਾਅਦ ਤੁਹਾਨੂੰ PNP ਦੇ ਥਰੂ ਹੈਲਪ ਕਰਨਗੇ ਪਰਮਾਨੈਂਟ ਰੈਜ਼ੀਡੈਂਸੀ ਲੈਣ ਵਾਸਤੇ। ਬਿਕੋਜ਼ ਐਟਲਾਂਟਿਕ ਬੇਸਡ ਕੰਪਨੀਜ਼ ਹੈਗੀਆਂ, ਉੱਥੇ ਤੁਹਾਨੂੰ ਸਿਰਫ 4 ਬੈਂਡਸ ਚਾਹੀਦੇ ਨੇ ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ ਕੁਆਲੀਫਾਈ ਹੋਣ ਵਾਸਤੇ ਐਂਡ 1 ਸਾਲ ਦੇ ਐਕਸਪੀਰੀਅੰਸ ਦੇ ਨਾਲ ਤੁਸੀਂ ਕੁਆਲੀਫਾਈ ਹੋ ਸਕਦੇ ਹੋ। ਸੋ ਈਵਨ ਹਾਲੇ ਵੀ 1 ਸਾਲ ਦਾ ਐਕਸਪੀਰੀਅੰਸ ਹੈਗਾ, ਤੁਸੀਂ 3-4 ਮਹੀਨੇ ਉੱਥੇ ਕੰਮ ਕਰਨ ਤੋਂ ਬਾਅਦ ਤੁਸੀਂ ਤੁਹਾਡੀ AIP ਦੇ ਵਿੱਚ ਹੈਲਪਫੁਲ ਹੋਏਗੀ ਇਹ ਕੰਪਨੀ। ਸੋ ਇਨਫੋਰਮੇਸ਼ਨ ਲੈਣ ਵਾਸਤੇ ਓਪਨ ਵਰਕ ਪਰਮਿਟ ਤੇ ਟਰੱਕ ਡਰਾਈਵਰ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਦੂਸਰੇ, ਜੇ ਕੋਈ ਵੀ ਇਸ ਟਾਈਮ ਤੇ ਵਿਜ਼ਿਟ ਵੀਜ਼ਾ ਤੇ ਕੈਨੇਡਾ ਦੇ ਵਿੱਚ ਆਏ ਹੋਏ ਨੇ, ਲੁੱਕ ਫॉर ਆਪਸ਼ਨਸ ਐਂਡ ਅੱਜ ਹੀ ਇਹਨੂੰ ਇਹ ਜਿਹੜੀ ਐਕਸਟੈਂਸ਼ਨਸ ਹੈਗੀਆਂ ਇਹਨੂੰ ਗੋਲਡਨ ਚਾਂਸ ਸਮਝੋ ਕਿ ਮੇਰੇ ਵਾਸਤੇ ਇਹ ਗੋਲਡਨ ਚਾਂਸ ਹੈਗਾ ਕਿ ਮੈਂ 2 ਸਾਲ ਪਾਲਿਸੀ ਪਬਲਿਕ ਪਾਲਿਸੀ ਹੋਰ ਐਕਸਟੈਂਸ਼ਨ ਹੋ ਗਈ ਹੈ। ਸੋ ਮੇਰੇ ਵਾਸਤੇ ਹੋਰ ਐਡਵਾਂਟੇਜਸ ਹੈਗਾ। ਸੋ ਜੇ ਚੀਜ਼ ਕਰਨੀ ਹੈਗੀ ਹੈ ਤੇ ਵੇਟ 1 2 4 6 ਮਹੀਨੇ ਵੇਟ ਨਾ ਕਰੋ। ਬਿਕੋਜ਼ ਜਿੰਨੀ ਤੁਸੀਂ ਵੇਟ ਕਰੋਗੇ, ਜਿੰਨੀ ਦੇਰ ਬਾਅਦ ਤੁਸੀਂ ਬਾਰਡਰ ਤੇ ਫਲੈਗ ਪੋਲਿੰਗ ਤੇ ਜਾਓਗੇ, ਉਹਨਾਂ ਆਫਿਸਰ ਤੁਹਾਨੂੰ ਜ਼ਿਆਦਾ ਕੁਐਸਚਨ ਕਰੇਗਾ। ਸੋ ਜੇ ਤੁਹਾਡੀ ਇੰਟੈਂਸ਼ਨ ਹੈਗੀ ਹੈ ਡੂ ਇਟ ਰਾਈਟ ਅਵੇ, ਆਪਣੇ ਵਾਸਤੇ EMPLOYER ਲੱਭੋ। ਹਾਂ, ਜੇ ਹਸਪਿਟੈਲਿਟੀ ਦੀ ਜੌਬ ਚਾਹੀਦੀ ਹੈਗੀ ਹੈ ਤੇ ਆ ਕੇ ਇੱਕ ਵਾਰੀ ਸਾਨੂੰ ਮੁਲਾਕਾਤ ਕਰ ਸਕਦੇ ਹੋ, ਤੁਹਾਨੂੰ ਇੰਟਰਵਿਊ ਕਰਵਾ ਸਕਦੇ ਹਾਂ ਐਂਡ ਇਫ ਇਟ ਗੋਜ਼ ਥਰੂ ਵਰਕ ਵਿਦ ਦਿਸ EMPLOYER 1 ਸਾਲ ਕੰਮ ਕਰਨ ਤੋਂ ਬਾਅਦ ਤੁਸੀਂ PNP ਵਾਸਤੇ ਕੁਆਲੀਫਾਈ ਹੋ ਜਾਓਗੇ। ਜੀ ਬਿਲਕੁਲ। ਸੋ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਆ, ਕਦੋਂ ਕਿਵੇਂ ਕਿੱਥੇ ਕਰੀਏ? ਤਰਨ ਜੀ, ਸਾਡਾ ਹੈੱਡ ਆਫਿਸ ਮਿਸਿਸਾਗਾ ਦੇ ਵਿੱਚ ਹੈਗਾ। ਸਾਨੂੰ 16 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ ਹੋਇਆਂ ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਵਾਈਸ। ਹੈੱਡ ਆਫਿਸ ਸਾਡਾ ਮਿਸਿਸਾਗਾ ਦੇ ਵਿੱਚ ਹੈਗਾ ਜੀ, 1137 1137 ਡੇਰੀ ਰੋਡ ਈਸਟ। ਫੋਨ ਨੰਬਰ ਹੈਗਾ ਜੀ 905-461-2424 905-461-2424। WhatsApp ਨੰਬਰ ਹੈਗਾ 647-850-9000 647-850-9000 ਐਂਡ ਸਾਡਾ ਈਮੇਲ ID ਹੈਗਾ info@iccimmigration.ca info@iccimmigration.ca। ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ 'ਚ ਆਉਣ ਲਈ। ਥੈਂਕ ਯੂ ਤਰਨ ਜੀ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਹੁਣ ਇਮੀਗ੍ਰੇਸ਼ਨ ਦੀਆਂ ਨਵੀਆਂ ਅਪਡੇਟਸ ਆ ਰਹੀਆਂ ਨੇ। ਤੁਹਾਡੇ ਲਈ ਪ੍ਰੋਫਾਈਲ ਦੇ ਅਕੋਰਡਿੰਗ ਕਿਹੜੀ ਓਪਰਚ्युनिटी ਤੁਹਾਨੂੰ ਵਧੀਆ ਲੱਗ ਸਕਦੀ ਹੈ, ਤੁਹਾਨੂੰ ਸੂਟ ਕਰ ਸਕਦੀ ਆ। ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਤੁਸੀਂ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਡਿਟੇਲਸ ਤੁਹਾਨੂੰ ਦੇ ਦਿੱਤੀਆਂ ਗਈਆਂ ਨੇ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।